ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ। ਮੇਰੀ ਕਹਾਣੀ ਅਨਾਥ ਬੱਚੇ ਦੀ ਕਹਾਣੀ। ਮੈਂ 6 ਸਾਲਾਂ ਦੀ ਤਪੱਸਿਆ ਦੇ ਨਾਲ ਖੇਡ ਵਿੱਚ ਬਿਜੀ ਸੀ ਕਿ ਤਾਈ ਜੀ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ, ਚੱਲ ਮੈਂ ਤੈਨੂੰ ਨਹਾਉਂਦੀ ਹਾਂ। ਇਹ ਸੁਣ ਕੇ ਮੈਂ ਹੈਰਾਨ ਹੋਇਆ ਕਿ ਤਾਈ ਜੀ ਕਦੋਂ ਤੋਂ ਮੈਨੂੰ ਨਹਾਉਣ ਲੱਗ ਪਈ। ਮੈਂ ਤਾਂ ਖੁਦ ਹੀ ਨਹਾ ਲਿਆ ਕਰਦਾ ਸੀ, ਪਰ ਉਸ ਦਿਨ ਤਾਈ ਜੀ ਨੇ ਮੈਨੂੰ ਖੁਦ ਨਵਾਇਆ ਤੇ ਮੈਨੂੰ ਬਹੁਤ ਵਧੀਆ ਤਿਆਰ ਕੀਤਾ। ਨਵਾਂ ਸੂਟ ਪਾਇਆ ਤੇ ਮੈਂ ਉਸਦੀ ਇਸ ਮਿਹਰਬਾਨੀ ਤੇ ਹੈਰਾਨ ਸੀ। ਮੇਰੀ ਤਾਈ ਜੀ ਨੇ ਤਾਂ ਕਦੇ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਵੀ ਨਹੀਂ ਸੀ ਕੀਤੀ ਤੇ ਨਾ ਹੀ ਕਦੇ ਮੇਰੇ ਲਈ ਕੁਝ ਕੀਤਾ ਸੀ, ਤੇ ਫਿਰ ਅੱਜ ਉਹ ਕਿਉਂ ਇੰਨਾ ਵਧੀਆ ਤਿਆਰ ਕਰ ਰਹੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੈਂ ਵਾਰ-ਵਾਰ ਪੁੱਛ ਰਿਹਾ ਸੀ ਕਿ ਤਾਈ ਜੀ ਆਪਾਂ ਕਿਤੇ ਜਾ ਰਹੇ ਹਾਂ, ਪਰ ਉਹ ਜਵਾਬ ਦੇਣ ਦੀ ਬਜਾਏ ਹੱਸ ਪਈ ਤੇ ਹੌਲੀ-ਹੌਲੀ ਉਹ ਆਪਣਾ ਫੇਵਰੇਟ ਗਾਣਾ ਵੀ ਗੁਣਗੁਣਾ ਰਹੀ ਸੀ। ਫਿਰ ਮੈਂ ਵੀ ਚੁੱਪ ਹੋ ਗਿਆ। ਜਦੋਂ ਮੈਂ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ ਤਾਇਆ ਜੀ ਕੰਮ ਤੋਂ ਵਾਪਸ ਆਏ। ਮੈਨੂੰ ਪਿਆਰ ਨਾਲ ਦੇਖ ਕੇ ਉਹਨਾਂ ਨੇ ਤਾਈ ਜੀ 'ਤੇ ਇੱਕ ਨਜ਼ਰ ਮਾਰੀ ਤਾਂ ਤਾਈ ਜੀ ਕਹਿਣ ਲੱਗੀ, ਦੇਰ ਹੋ ਰਹੀ ਹੈ, ਹੁਣ ਜਲਦੀ ਚਲੇ ਜਾਓ। ਮੈਂ ਤਾਇਆ ਜੀ ਨੂੰ ਪੁੱਛਿਆ ਕਿ ਆਪਾਂ ਕਿੱਥੇ ਜਾ ਰਹੇ ਹਾਂ, ਤਾਂ ਉਹ ਵੀ ਚੁੱਪ ਹੋ ਗਏ। ਮੈਨੂੰ ਕੋਲ ਬੁਲਾਇਆ, ਮੇਰਾ ਮੱਥਾ ਚੁੰਮਿਆ ਤੇ ਕਹਿਣ ਲੱਗੇ, ਬੇਟਾ ਆਪਾਂ ਜਿੱਥੇ ਜਾ ਰਹੇ ਹਾਂ ਉੱਥੇ ਤੈਨੂੰ ਸਕੂਨ ਤੇ ਖੁਸ਼ੀਆਂ ਮਿਲਣਗੀਆਂ। ਤਾਇਆ ਜੀ ਦੀ ਗੱਲ ਸੁਣ ਕੇ ਮੈਨੂੰ ਸਮਝ ਨਹੀਂ ਆਈ। ਮੈਂ 11 ਸਾਲ ਦਾ ਬੱਚਾ ਸੀ, ਪਰ ਫਿਰ ਵੀ ਬਹੁਤ ਗੱਲਾਂ ਮੇਰੀ ਸਮਝ ਤੋਂ ਬਾਹਰ ਸੀ। ਮੈਨੂੰ ਤੇ ਗੁੰਜੋਤ ਨੂੰ ਲੈ ਕੇ ਤਾਇਆ ਜੀ ਚੱਲ ਪਏ, ਜਦੋਂ ਕਿ ਉਹਨਾਂ ਦੀ ਛੋਟੀ ਬੇਟੀ ਤਪੱਸਿਆ ਤਾਈ ਜੀ ਦਾ ਹੱਥ ਫੜ ਕੇ ਚੱਲ ਰਹੀ ਸੀ। ਤੇ ਫਿਰ ਪੂਰੇ 1 ਘੰਟੇ ਭਰ ਦੇ ਸਫ਼ਰ ਤੋਂ ਬਾਅਦ ਅਸੀਂ ਬਹੁਤ ਵੱਡੀ ਬਿਲਡਿੰਗ ਦੇ ਕੋਲ ਪਹੁੰਚ ਗਏ, ਜਿੱਥੇ ਇੱਕ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਸੀ ਤੇ ਉਹ ਇੱਕ ਅਨਾਥ ਆਸ਼ਰਮ ਦਾ ਬੋਰਡ ਸੀ। ਮੈਂ ਸਕੂਲ ਜਾਂਦਾ ਸੀ, ਇਸ ਲਈ ਬਹੁਤ ਆਸਾਨੀ ਨਾਲ ਮੈਂ ਉਸ ਬੋਰਡ ਨੂੰ ਪੜ੍ਹ ਲਿਆ ਤੇ ਉਸ ਦੇ ਬਾਅਦ ਮੇਰੇ ਹੱਥ ਪੈਰ ਕੰਬਣ ਲੱਗੇ, ਕਿਉਂਕਿ ਮੈਨੂੰ ਪਿਛਲੇ ਕੁਝ ਦਿਨ ਪਹਿਲਾਂ ਹੀ ਅਨਾਥ ਆਸ਼ਰਮ ਦਾ ਮਤਲਬ ਪਤਾ ਚੱਲਿਆ ਸੀ। ਜਦੋਂ ਅਸੀਂ ਆਪਣੀ ਕਿਤਾਬ ਵਿੱਚ ਇੱਕ ਚੈਪਟਰ ਪੜ੍ਹ ਰਹੇ ਸੀ ਤਾਂ ਮੇਰੀ ਟੀਚਰ ਨੇ ਦੱਸਿਆ ਸੀ ਕਿ ਅਨਾਥ ਆਸ਼ਰਮ ਕੀ ਹੁੰਦਾ ਹੈ। ਗੰਜੋਤ ਵੀ ਮੇਰਾ ਹਮ ਉਮਰ ਸੀ, ਅਸੀਂ ਇੱਕ ਹੀ ਕਲਾਸ ਵਿੱਚ ਸੀ, ਇਸ ਲਈ ਉਸਨੂੰ ਵੀ ਅਨਾਥ ਆਸ਼ਰਮ ਦਾ ਪਤਾ ਸੀ। ਤਾਂ ਉਹ ਵੀ ਘਬਰਾ ਕੇ ਆਪਣੇ ਪਾਪਾ ਨੂੰ ਪੁੱਛਣ ਲੱਗਿਆ ਕਿ ਆਪਾਂ ਇੱਥੇ ਕਿਉਂ ਆਏ ਹਾਂ, ਪਰ ਤਾਈ ਜੀ ਤੇ ਤਾਇਆ ਜੀ ਨੇ ਵੀ ਉਸਦੀ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ। ਫਿਰ ਉਹ ਸਾਨੂੰ ਅੰਦਰ ਲੈ ਗਏ ਤੇ ਜਦੋਂ ਉਹਨਾਂ ਨੇ ਮੈਨੂੰ ਉੱਥੇ ਛੱਡਣ ਦੀ ਗੱਲ ਕੀਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉੱਚੀ-ਉੱਚੀ ਰੋਣ ਲੱਗਿਆ ਤੇ ਮੈਂ ਤਾਇਆ ਜੀ ਦਾ ਹੱਥ ਫੜ ਲਿਆ। ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ। ਗੁੰਜੋਤ ਨੇ ਵੀ ਮੇਰਾ ਹੱਥ ਫੜ ਲਿਆ। ਉਹ ਆਪਣੀ ਮਾਂ ਨੂੰ ਕਹਿ ਰਿਹਾ ਸੀ, ਆਪਾਂ ਰਾਜ ਨੂੰ ਕਿਉਂ ਇੱਥੇ ਅਨਾਥ ਆਸ਼ਰਮ ਵਿੱਚ ਛੱਡ ਕੇ ਜਾ ਰਹੇ ਹਾਂ। ਇਹ ਤਾਂ ਮੇਰਾ ਭਰਾ ਹੈ, ਮੈਂ ਇਸ ਨੂੰ ਆਪਣੇ ਨਾਲ ਰੱਖਾਂਗਾ। ਗੁੰਜੋਤ, ਜੋ ਮੇਰੇ ਤਾਇਆ ਜੀ ਦਾ ਬੇਟਾ ਸੀ, ਉਹ ਮੈਨੂੰ ਸਕੇ ਭਰਾਵਾਂ ਦੀ ਤਰ੍ਹਾਂ ਪਿਆਰ ਕਰਦਾ ਸੀ। ਆਪਣੇ ਮੰਮੀ ਪਾਪਾ ਦੀ ਮੌਤ ਤੋਂ ਬਾਅਦ ਜਦੋਂ ਤੋਂ ਮੈਂ ਤਾਇਆ ਜੀ ਦੇ ਘਰ ਆਇਆ ਸੀ, ਉਸਨੇ ਆਪਣੀ ਹਰ ਚੀਜ਼ ਮੇਰੇ ਨਾਲ ਸ਼ੇਅਰ ਕੀਤੀ ਸੀ। ਜੇ ਮੈਂ ਕਿਸੇ ਨੂੰ ਚੰਗਾ ਨਹੀਂ ਲੱਗਦਾ ਸੀ ਤਾਂ ਉਹ ਮੇਰੀ ਤਾਈ ਜੀ ਸੀ। ਮੇਰਾ ਹੋਣਾ ਉਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ। ਨਹੀਂ ਤਾਂ ਤਾਇਆ ਜੀ ਤੇ ਗੁੰਜੋਤ ਨੇ ਤਾਂ ਮੈਨੂੰ ਕਦੇ ਵੀ ਪਰਾਇਆ ਨਹੀਂ ਸਮਝਿਆ ਸੀ ਤੇ ਮੈਂ ਜਾਣਦਾ ਸੀ ਕਿ ਇਸ ਅਨਾਥ ਆਸ਼ਰਮ ਵਿੱਚ ਮੈਨੂੰ ਲਿਆਉਣ ਦੇ ਪਿੱਛੇ ਵੀ ਤਾਈ ਜੀ ਦਾ ਹੀ ਹੱਥ ਹੈ। ਉਹਨਾਂ ਨੇ ਹੀ ਤਾਇਆ ਜੀ ਨੂੰ ਮਜਬੂਰ ਕੀਤਾ ਹੋਵੇਗਾ ਤੇ ਤਾਇਆ ਜੀ ਦੀਆਂ ਅੱਖਾਂ ਵੀ ਦੱਸ ਰਹੀਆਂ ਸੀ ਕਿ ਉਹ ਵੀ ਇਸ ਫੈਸਲੇ 'ਤੇ ਖੁਸ਼ ਨਹੀਂ ਹੈ, ਕਿਉਂਕਿ ਉਹ ਸਿਰ ਝੁਕਾ ਕੇ ਚੁੱਪ ਕਰਕੇ ਬੈਠੇ ਸੀ ਤੇ ਸਾਰੀ ਗੱਲਬਾਤ ਤਾਈ ਜੀ ਨੇ ਹੀ ਕੀਤੀ ਸੀ। ਤਾਈ ਜੀ ਨੇ ਅਨਾਥ ਆਸ਼ਰਮ ਵਾਲਿਆਂ ਨੂੰ ਕਿਹਾ ਕਿ ਸਾਡੇ ਹਾਲਾਤ ਚੰਗੇ ਨਹੀਂ ਆ, ਇਸ ਲਈ ਅਸੀਂ ਇਸ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੇ। ਫਾਰਮ 'ਤੇ ਸਾਈਨ ਕਰਨ ਤੋਂ ਬਾਅਦ ਤਾਈ ਜੀ ਨੇ ਮੈਨੂੰ ਅਨਾਥ ਆਸ਼ਰਮ ਵਿੱਚ ਇੱਕ ਔਰਤ ਦੇ ਹਵਾਲੇ ਕਰ ਦਿੱਤਾ ਤੇ ਮੈਂ ਰੋਣ ਲੱਗਿਆ। ਮੈਂ ਗੁੰਜੋਤ ਦਾ ਹੱਥ ਫੜ ਲਿਆ ਤੇ ਗੁੰਜੋਤ ਵੀ ਮੇਰੇ ਨਾਲ ਲੱਗ ਕੇ ਖੜਾ ਸੀ। ਉਹ ਮੈਨੂੰ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ। ਤਾਈ ਜੀ ਨੇ ਉਸਨੂੰ ਥੱਪੜ ਮਾਰਿਆ ਤੇ ਜ਼ਬਰਦਸਤੀ ਮੇਰਾ ਤੇ ਉਸਦਾ ਹੱਥ ਛੁਡਵਾ ਕੇ ਉਸਨੂੰ ਮੇਰੇ ਤੋਂ ਦੂਰ ਕਰ ਦਿੱਤਾ। ਤਪੱਸਿਆ ਮੇਰੇ ਨਾਲ ਬਹੁਤ ਜ਼ਿਆਦਾ ਅਟੈਚ ਸੀ, ਇਸ ਲਈ ਉਹ ਵੀ ਇਹ ਸਭ ਕੁਝ ਦੇਖ ਕੇ ਰੋਣ ਲੱਗੀ। ਭੱਜ ਕੇ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਤਾਈ ਜੀ ਦੋਨਾਂ ਬੱਚਿਆਂ ਨੂੰ ਲੈ ਕੇ ਬਾਹਰ ਨਿਕਲ ਗਈ। ਤਾਇਆ ਜੀ ਨੇ ਪਲਟ ਕੇ ਇੱਕ ਨਜ਼ਰ ਮੇਰੇ 'ਤੇ ਮਾਰੀ, ਫਿਰ ਕਹਿਣ ਲੱਗੇ, ਬੇਟਾ ਮੈਂ ਤੈਨੂੰ ਮਿਲਣ ਆਉਂਦਾ ਰਹਾਂਗਾ, ਤੂੰ ਪਰੇਸ਼ਾਨ ਨਾ ਹੋਈ।
ਉਸ ਦੀਆਂ ਅੱਖਾਂ ਵਿੱਚ ਹੰਝੂ ਜਗਮਗਾ ਰਹੇ ਸੀ ਤੇ ਫਿਰ ਉਹ ਤਾਈ ਜੀ ਦੇ ਪਿੱਛੇ ਪਿੱਛੇ ਚਲਾ ਗਈ, ਇਹ ਸੋਚ ਕੇ ਕਿ ਹੁਣ ਮੇਰੀ ਜ਼ਿੰਦਗੀ ਇਸ ਅਨਾਥ ਆਸ਼ਰਮ ਵਿੱਚ ਹੀ ਗੁਜ਼ਰਨੀ ਹੈ। ਕੁਝ ਦੇਰ ਰੋਣ ਧੋਣ ਤੋਂ ਬਾਅਦ ਮੈਂ ਆਪਣੀ ਕਿਸਮਤ ਨੂੰ ਸਵੀਕਾਰ ਕਰ ਲਿਆ, ਪਰ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਇਸ ਸਰਕਾਰੀ ਅਨਾਥ ਆਸ਼ਰਮ ਵਿੱਚ ਮੇਰੇ ਨਾਲ ਕੀ ਵਿਹਾਰ ਹੋਏਗਾ। ਪਹਿਲੇ ਦਿਨ ਤਾਂ ਗਾਰਡ ਨੇ ਮੈਨੂੰ ਕੁਝ ਨਾ ਕਿਹਾ, ਪਰ ਦੂਜੇ ਦਿਨ ਮੈਨੂੰ ਕੰਨ ਤੋਂ ਫੜ ਕੇ ਇੱਕ ਔਰਤ ਨੇ ਸਫਾਈ ਦੇ ਕੰਮ 'ਤੇ ਲਗਾ ਦਿੱਤਾ। ਇਹ ਅਨਾਥ ਆਸ਼ਰਮ ਬਹੁਤ ਵੱਡਾ ਸੀ। ਅੱਧਾ ਦਿਨ ਸਫਾਈ ਵਿੱਚ ਗੁਜ਼ਰ ਗਿਆ। ਖਾਣ ਦੇ ਸਮੇਂ ਵੇਈਆਂ ਰੋਟੀਆਂ ਸਾਡੇ ਸਾਹਮਣੇ ਰੱਖ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਮੈਂ ਬੜੀ ਮੁਸ਼ਕਿਲ ਨਾਲ ਖਾਧਾ, ਤੇ ਇਸ ਦੇ ਬਾਅਦ ਮੈਨੂੰ ਭਾਂਡੇ ਧੋਣ ਦੇ ਲਈ ਖੜਾ ਕਰ ਦਿੱਤਾ ਗਿਆ ਤੇ ਮੈਂ ਰਾਤ ਤੱਕ ਥੱਕ ਕੇ ਚੂਰ ਹੋ ਗਿਆ ਤੇ ਬਿਸਤਰੇ 'ਤੇ ਡਿੱਗਦੇ ਹੀ ਨੀਂਦ ਆ ਗਈ। ਇਸ ਤਰ੍ਹਾਂ ਹੀ ਜ਼ਿੰਦਗੀ ਦੀ ਗੱਡੀ ਚੱਲਣ ਲੱਗੀ। ਪੜ੍ਹਾਈ ਲਿਖਾਈ ਨਾਲ ਤਾਂ ਸਾਡਾ ਕੋਈ ਵਾਸਤਾ ਨਹੀਂ ਸੀ, ਪਰ ਜਦੋਂ ਕੋਈ ਵੱਡਾ ਆਦਮੀ ਅਨਾਥ ਆਸ਼ਰਮ ਦੇ ਦੌਰੇ 'ਤੇ ਆਉਂਦਾ ਤਾਂ ਸਾਨੂੰ ਕਿਤਾਬਾਂ ਵੀ ਮਿਲਦੀਆਂ ਤੇ ਅਨਾਥ ਆਸ਼ਰਮ ਵੀ ਪੂਰੀ ਤਰ੍ਹਾਂ ਨਾਲ ਚਮਕਾ ਦਿੱਤਾ ਜਾਂਦਾ। ਸਾਨੂੰ ਵਧੀਆ ਗੱਲਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਤੇ ਉਹਨਾਂ ਦੇ ਜਾਂਦੇ ਹੀ ਸਾਡੀਆਂ ਕਿਤਾਬਾਂ ਤੇ ਬੈਗ ਸਭ ਕੁਝ ਖੋਹ ਲਿਆ ਜਾਂਦਾ। ਫਿਰ ਸਾਨੂੰ ਉਸੇ ਜ਼ਿੰਦਗੀ ਵਿੱਚ ਵਾਪਸ ਭੇਜ ਦਿੱਤਾ ਜਾਂਦਾ ਜਿੱਥੇ ਸਿਵਾਏ ਕੰਮ ਤੇ ਦੁੱਖ ਦੇ ਕੁਝ ਨਹੀਂ ਸੀ। ਉੱਥੇ ਬੜੀ ਮੁਸ਼ਕਿਲ ਨਾਲ ਮੈਂ ਜ਼ਿੰਦਗੀ ਦੇ 5 ਸਾਲ ਅਨਾਥ ਆਸ਼ਰਮ ਵਿੱਚ ਕੱਢੇ ਤੇ ਜਦੋਂ ਮੈਂ 16 ਸਾਲ ਦਾ ਹੋਇਆ ਤਾਂ ਮੈਨੂੰ ਪਤਾ ਚੱਲਿਆ ਕਿ ਅਸੀਂ ਕਿਸੇ ਫੰਕਸ਼ਨ ਵਿੱਚ ਵੇਟਰ ਬਣ ਕੇ ਜਾਣਾ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਨੂੰ ਨਹੀਂ ਪਤਾ ਸੀ ਕਿ ਅਨਾਥ ਆਸ਼ਰਮ ਵਾਲੇ ਬੱਚਿਆਂ ਤੋਂ ਇਸ ਤਰ੍ਹਾਂ ਦੇ ਕੰਮ ਵੀ ਕਰਵਾਉਂਦੇ ਆ। 16 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਅਨਾਥ ਆਸ਼ਰਮ ਦਾ ਦੂਜਾ ਪੋਰਸ਼ਨ ਸੀ। ਮੈਂ 16 ਸਾਲ ਦਾ ਹੋਇਆ ਤਾਂ ਮੈਨੂੰ ਉਸ ਦੂਸਰੇ ਹਿੱਸੇ ਵਿੱਚ ਭੇਜਿਆ ਗਿਆ ਜਿੱਥੇ ਜ਼ਿਆਦਾਤਰ ਮੁੰਡਿਆਂ ਤੋਂ ਇਸ ਤਰ੍ਹਾਂ ਦੇ ਕੰਮ ਲਏ ਜਾਂਦੇ ਸੀ, ਤੇ ਫਿਰ ਮੈਨੂੰ ਤੇ ਹੋਰ 12 ਬੱਚਿਆਂ ਨੂੰ ਵੇਟਰ ਦੇ ਤੌਰ 'ਤੇ ਇੱਕ ਫੰਕਸ਼ਨ ਵਿੱਚ ਭੇਜ ਦਿੱਤਾ ਗਿਆ ਤੇ ਉੱਥੇ ਵੀ ਸਾਡੇ ਤੋਂ ਬਹੁਤ ਕੰਮ ਕਰਵਾਇਆ ਗਿਆ। ਬਦਲੇ ਵਿੱਚ ਸਾਨੂੰ 1 ਰੁਪਇਆ ਵੀ ਨਹੀਂ ਮਿਲਿਆ ਸੀ, ਕਿਉਂਕਿ ਸਾਰੇ ਪੈਸੇ ਤਾਂ ਅਨਾਥ ਆਸ਼ਰਮ ਵਾਲਿਆਂ ਨੇ ਪਹਿਲਾਂ ਹੀ ਲੈ ਲਏ ਸੀ। ਫਿਰ ਸਾਨੂੰ ਸਿਖਾਇਆ ਵੀ ਗਿਆ ਸੀ ਕਿ ਅਸੀਂ ਕਿਸੇ ਨੂੰ ਇਹ ਗੱਲ ਦੱਸੀਏ ਅਸੀਂ ਰਾਤ ਨੂੰ ਵੇਟਰ ਦਾ ਕੰਮ ਵੀ ਕਰਦੇ। ਜਦੋਂ ਅਸੀਂ ਵਾਪਸ ਆਉਂਦੇ ਥੱਕ ਚੁੱਕੇ ਹੁੰਦੇ, ਖਾਣ ਨੂੰ ਠੀਕ ਤਰ੍ਹਾਂ ਖਾਣਾ ਵੀ ਨਹੀਂ ਮਿਲਦਾ ਸੀ। ਇਸ ਲਈ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਗਈ ਤੇ ਫਿਰ ਹਰ ਦਿਨ ਇਸ ਤਰ੍ਹਾਂ ਹੀ ਹੋਣ ਲੱਗਿਆ। 24 ਘੰਟੇ ਬਾਅਦ ਮੇਰਾ ਸਬਰ ਖਤਮ ਹੋਇਆ ਤਾਂ ਮੈਂ ਵਿਆਹ ਦੇ ਫੰਕਸ਼ਨ ਵਿੱਚੋਂ ਥੋੜ੍ਹਾ ਜਿਹਾ ਖਾਣਾ ਚੁੱਕ ਲਿਆ ਤੇ ਰਾਤ ਨੂੰ ਚੋਰੀ ਮੈਂ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਖਾਣ ਲੱਗਿਆ। ਇਸ ਦੇ ਬਾਅਦ ਮੈਨੂੰ ਥੋੜ੍ਹੀ ਚੋਰੀ ਦੀ ਆਦਤ ਪੈ ਗਈ। ਮੈਂ ਖਾਣਾ ਚੋਰੀ ਕਰਕੇ ਲਿਆਇਆ ਕਰਦਾ ਸੀ ਤੇ ਫਿਰ ਇੱਕ ਦਿਨ ਮੈਂ ਫੜਿਆ ਗਿਆ ਤਾਂ ਮੈਨੂੰ ਅਨਾਥ ਆਸ਼ਰਮ ਵਾਲਿਆਂ ਨੇ ਬਹੁਤ ਕੁੱਟਿਆ ਤੇ ਸਜ਼ਾ ਦੇ ਤੌਰ 'ਤੇ 2 ਦਿਨ ਲਈ ਮੇਰਾ ਖਾਣਾ ਬੰਦ ਕਰ ਦਿੱਤਾ। ਉਹ 2 ਦਿਨ ਮੈਂ ਬਹੁਤ ਮੁਸ਼ਕਿਲ ਨਾਲ ਗੁਜ਼ਾਰੇ ਤੇ ਫਿਰ ਤੀਸਰੇ ਦਿਨ ਜਦੋਂ ਮੈਂ ਦੁਬਾਰਾ ਤੋਂ ਕਿਸੇ ਫੰਕਸ਼ਨ ਵਿੱਚ ਗਿਆ ਤਾਂ ਮੌਕਾ ਦੇਖ ਕੇ ਹੀ ਮਹਿਮਾਨਾਂ ਦੇ ਵਿੱਚ ਦੀ ਹੋ ਕੇ ਹੀ ਭੱਜ ਗਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ। ਉਸ ਸਮੇਂ ਮੈਂ ਲਗਭਗ 17 ਸਾਲ ਦਾ ਸੀ। ਮੈਂ ਅਨਾਥ ਆਸ਼ਰਮ ਤਾਂ ਛੱਡ ਦਿੱਤਾ ਸੀ, ਪਰ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। ਮੈਂ ਸੜਕ 'ਤੇ ਹੀ ਸੌਂ ਗਿਆ ਤੇ ਫਿਰ ਜਦੋਂ ਸਵੇਰ ਉੱਠਿਆ ਤਾਂ ਮੇਰੀ ਸਮਝ ਵਿੱਚ ਆਇਆ ਕਿ ਮੈਨੂੰ ਢਿੱਡ ਵੀ ਲੱਗਾ ਹੈ, ਜਿਸ ਨੂੰ ਸਮੇਂ 'ਤੇ ਖਾਣਾ ਚਾਹੀਦਾ ਹੈ, ਕਿਉਂਕਿ ਭੁੱਖ ਨਾਲ ਮੇਰੀ ਹਾਲਤ ਬਹੁਤ ਖਰਾਬ ਸੀ। ਮੈਂ ਖਾਣੇ ਦੀ ਤਲਾਸ਼ ਵਿੱਚ ਹੱਥ ਪੈਰ ਮਾਰਨੇ ਸ਼ੁਰੂ ਕੀਤੇ, ਪਰ ਕੁਝ ਹੱਥ ਨਹੀਂ ਆਇਆ। ਮੈਂ ਇੱਕ ਹੋਟਲ ਦੇ ਕੋਲ ਪਹੁੰਚਿਆ ਤੇ ਫਿਰ ਉੱਥੇ ਖਾਣੇ ਲਈ ਦੇਖਣ ਲੱਗਾ ਤਾਂ ਮੈਨੂੰ ਪਤਾ ਚੱਲਿਆ ਕਿ ਇਸ ਹੋਟਲ ਵਿੱਚ ਵੇਟਰ ਦੀ ਜ਼ਰੂਰਤ ਹੈ ਤੇ ਉਹ ਵੇਟਰ ਰੱਖ ਰਹੇ ਆ। ਮੈਂ ਅਨਾਥ ਆਸ਼ਰਮ ਵਿੱਚ ਰਹਿ ਕੇ ਕਾਫੀ ਸਮੇਂ ਤੱਕ ਇਹ ਕੰਮ ਕੀਤਾ ਸੀ, ਇਸ ਲਈ ਮੈਂ ਉਸ ਵੇਲੇ ਹੀ ਜਾ ਕੇ ਨੌਕਰੀ ਦੀ ਮੰਗ ਕੀਤੀ। ਮੈਂ ਜ਼ਿਆਦਾ ਵੱਡਾ ਨਹੀਂ ਸੀ, ਇਸ ਲਈ ਉਹਨਾਂ ਨੇ ਮੈਨੂੰ ਬਤੌਰ ਵੇਟਰ ਰੱਖ ਲਿਆ ਤੇ ਫਿਰ ਰਹਿਣ ਲਈ ਮੈਨੂੰ ਹੋਟਲ ਦੇ ਪਿੱਛੇ ਦੀ ਜਗ੍ਹਾ ਵੀ ਦੇ ਦਿੱਤੀ। ਕੱਚੀ ਜਿਹੀ ਜਗ੍ਹਾ ਸੀ ਜਿੱਥੇ ਕੁਝ ਮੰਜੇ ਡਾਹੇ ਹੋਏ ਸੀ ਤੇ ਉੱਥੇ ਮੇਰੇ ਵਰਗੇ ਕੁਝ ਹੋਰ ਵੀ ਵੇਟਰ ਰਾਤ ਨੂੰ ਸੌਂਦੇ ਸੀ। ਇਹ ਹੋਟਲ ਸਵੇਰ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਚੱਲਦਾ ਸੀ, ਇਸ ਲਈ ਉਹਨਾਂ ਨੂੰ ਵੇਟਰਾਂ ਨੂੰ ਉੱਥੇ ਰੱਖਣ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਤੇ ਮੈਨੂੰ ਠੀਕ ਖਾਣਾ ਵੀ ਮਿਲ ਗਿਆ, ਜਿੱਥੇ ਕੰਮ ਕਰਕੇ ਮੈਂ ਬਹੁਤ ਸੰਤੁਸ਼ਟ ਸੀ। ਸੈਲਰੀ ਵੀ ਮਿਲਦੀ ਸੀ ਤੇ ਸਮੇਂ 'ਤੇ ਖਾਣਾ ਵੀ, ਰਹਿਣ ਨੂੰ ਜਗ੍ਹਾ ਵੀ ਸੀ। ਇੱਕ ਨਵੇਂ ਤਰੀਕੇ ਨਾਲ ਮੈਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਨਹੀਂ ਤਾਂ ਅਨਾਥ ਆਸ਼ਰਮ ਵਿੱਚ ਸਾਡੇ ਨਾਲ ਬਹੁਤ ਹੀ ਬੁਰਾ ਵਿਹਾਰ ਹੁੰਦਾ ਸੀ। ਕੁਝ ਇਹੋ ਜਿਹਾ ਵਿਹਾਰ ਤਾਈ ਜੀ ਵੀ ਮੇਰੇ ਨਾਲ ਕਰਦੀ ਸੀ। ਮੇਰੇ ਮਾਂ-ਪਿਓ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ, ਇਸ ਲਈ ਮੈਂ ਤਾਇਆ ਜੀ ਤੇ ਤਾਈ ਜੀ ਦੇ ਘਰ ਵਿੱਚ ਰਹਿੰਦਾ ਸੀ।
ਪਰ ਤਾਈ ਜੀ ਨੂੰ ਮੇਰਾ ਰਹਿਣਾ ਬਹੁਤ ਜ਼ਹਿਰ ਵਰਗਾ ਲੱਗਦਾ ਸੀ। ਉਹਨੂੰ ਲੱਗਦਾ ਸੀ ਕਿ ਮੈਂ ਗੁਣਜੋਤ ਨੂੰ ਵਿਗਾੜ ਦਿਆਂਗਾ ਜਾਂ ਫਿਰ ਮੇਰੀ ਵਜ੍ਹਾ ਕਰਕੇ ਗੁਣਜੋਤ ਦੇ ਨਾਲ ਜ਼ਿਆਦਤੀ ਹੋਏਗੀ, ਕਿਉਂਕਿ ਮੇਰੇ ਤਾਇਆ ਜੀ ਮੇਰਾ ਬਹੁਤ ਧਿਆਨ ਰੱਖਦੇ ਸੀ। ਇਸ ਲਈ ਉਹਨਾਂ ਨੇ ਮੈਨੂੰ ਅਨਾਥ ਆਸ਼ਰਮ ਪਹੁੰਚਾਇਆ ਸੀ। ਹੁਣ ਇਸ ਹੋਟਲ ਵਿੱਚ ਆ ਕੇ ਮੈਂ ਆਪਣੇ ਆਪ ਨੂੰ ਆਜ਼ਾਦ ਅਤੇ ਸੰਤੁਸ਼ਟ ਮਹਿਸੂਸ ਕਰ ਰਿਹਾ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਵੇਟਰੀ ਕਰਨ ਦੇ ਨਾਲ ਨਾਲ ਮੈਂ ਭਾਂਡੇ ਧੋਣ ਦਾ ਕੰਮ ਵੀ ਲੈ ਲਿਆ ਅਤੇ ਭਾਂਡੇ ਧੋ ਕੇ ਜੋ ਮੈਨੂੰ ਪੈਸੇ ਮਿਲਦੇ ਉਹ ਮੈਂ ਜਮ੍ਹਾਂ ਕਰਵਾ ਲਿਆ ਕਰਦਾ। ਫਿਰ ਵੇਟਰ ਵਿੱਚ ਵੀ ਸੈਲਰੀ ਮਿਲਦੀ ਸੀ। ਇਸ ਵਿੱਚ ਮੇਰਾ ਖਾਣਾ ਪਾਣੀ ਅਤੇ ਮੇਰਾ ਖਰਚਾ ਨਿਕਲ ਜਾਂਦਾ ਸੀ। ਮੈਂ ਚਾਹੁੰਦਾ ਸੀ ਕਿ ਮੈਂ ਪੈਸੇ ਜਮ੍ਹਾਂ ਕਰਕੇ ਆਪਣੇ ਭਵਿੱਖ ਦੇ ਬਾਰੇ ਕੋਈ ਵਧੀਆ ਫੈਸਲਾ ਕਰਾਂ, ਪਰ ਫਿਰ ਮੇਰੀ ਜ਼ਿੰਦਗੀ ਨੇ ਪਲਟਾ ਮਾਰਿਆ ਅਤੇ ਇੱਕ ਰਾਤ ਇੱਕ ਅਜੀਬ ਜਿਹਾ ਹਾਦਸਾ ਹੋਇਆ। ਹੋਟਲ ਵਿੱਚ ਕੁਝ ਹੀ ਲੋਕ ਬਾਕੀ ਸੀ। ਰਾਤ ਦਾ 1 ਵੱਜ ਰਿਹਾ ਸੀ। ਹੋਟਲ ਬੰਦ ਹੋਣ ਦਾ ਸਮਾਂ ਸੀ। ਸਾਰੇ ਜਾ ਚੁੱਕੇ ਸੀ। ਟੇਬਲਾਂ ਨੂੰ ਮੈਂ ਸਾਫ਼ ਕਰ ਰਿਹਾ ਸੀ। ਬਾਕੀ ਦੇ ਵੇਟਰ ਵੀ ਸੌਣ ਲਈ ਚਲੇ ਗਏ ਕਿ ਸਵੇਰੇ 9 ਵਜੇ ਤੋਂ ਫਿਰ ਹੋਟਲ ਖੁੱਲ੍ਹ ਜਾਏਗਾ। ਮੈਂ ਇੱਕ ਟੇਬਲ ਤੋਂ ਭਾਂਡੇ ਚੁੱਕਣੇ ਸੀ ਅਤੇ ਆਪਣੀ ਟਿਪ ਵੀ ਵਸੂਲ ਕਰਨੀ ਸੀ, ਬਿੱਲ ਵੀ ਵਸੂਲ ਕਰਨਾ ਸੀ ਅਤੇ ਨਾਲ ਹੀ ਟੇਬਲ 'ਤੇ ਭਾਂਡੇ ਧੋ ਕੇ ਰੱਖਣੇ ਸੀ। ਮੈਂ ਬਸ ਇੰਤਜ਼ਾਰ ਵਿੱਚ ਸੀ ਕਿ ਕਦੋਂ ਇਹ ਜਾਣ ਅਤੇ ਮੈਂ ਆਪਣਾ ਕੰਮ ਖਤਮ ਕਰਕੇ ਸੌਣ ਲਈ ਚਲਾ ਜਾਵਾਂ। ਫਿਰ ਲਗਭਗ ਅੱਧੇ ਘੰਟੇ ਬਾਅਦ ਉਹ 4-5 ਆਦਮੀ ਉੱਠ ਗਏ ਤਾਂ ਮੈਂ ਜਲਦੀ ਨਾਲ ਟੇਬਲ ਸਾਫ਼ ਕੀਤਾ, ਭਾਂਡੇ ਚੱਕੇ। ਟਿਪ ਮੈਂ ਪਹਿਲਾਂ ਹੀ ਲੈ ਚੁੱਕਿਆ ਸੀ। ਮੈਂ ਭਾਂਡੇ ਧੋਣ ਲਈ ਰਸੋਈ ਵਿੱਚ ਗਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਹੇਠਾਂ ਦੇ ਵਾਲੇ ਪਾਸੇ ਵਾਲੀ ਅਲਮਾਰੀ ਵਿੱਚ ਕੁਝ ਹਲਚਲ ਹੋ ਰਹੀ ਹੈ। ਇਸ ਅਲਮਾਰੀ ਦੇ ਦਰਵਾਜ਼ੇ ਬੰਦ ਰਹਿੰਦੇ ਸੀ। ਉੱਥੇ ਵੱਡੇ ਵੱਡੇ ਭਾਂਡੇ ਰੱਖੇ ਹੁੰਦੇ ਸੀ ਜੋ ਕਦੇ-ਕਦੇ ਨਿਕਲਦੇ ਸੀ। ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਚੂਹਾ ਹੋਏਗਾ। ਪਹਿਲਾਂ ਮੈਂ ਅਣਦੇਖਾ ਕੀਤਾ, ਪਰ ਫਿਰ ਦੁਬਾਰਾ ਮੈਨੂੰ ਅਜੀਬ ਜਿਹੀ ਆਵਾਜ਼ ਆਈ ਤਾਂ ਮੈਂ ਅਲਮਾਰੀ ਖੋਲ੍ਹ ਕੇ ਦੇਖਿਆ ਅਤੇ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ। ਇੱਕ ਜਵਾਨ 16-17 ਸਾਲ ਦੀ ਲੜਕੀ ਮੇਰੇ ਨਾਲ ਬੈਠੀ ਸੀ ਅਤੇ ਕੰਬ ਰਹੀ ਸੀ। ਮੈਨੂੰ ਦੇਖਦੇ ਹੀ ਉਸਨੇ ਆਪਣੇ ਮੂੰਹ 'ਤੇ ਉਂਗਲੀ ਰੱਖ ਕੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਮੈਂ ਚੁੱਪ ਤਾਂ ਹੋ ਗਿਆ, ਪਰ ਉਸਨੂੰ ਵੇਖ ਕੇ ਹੈਰਾਨ ਸੀ, ਕਿਉਂਕਿ ਉਹ ਇੱਥੇ ਕਿਵੇਂ ਆਈ ਅਤੇ ਉਹ ਇੱਥੇ ਕਿਉਂ ਛੁਪੀ ਹੈ, ਮੈਨੂੰ ਕੁਝ ਵੀ ਪਤਾ ਨਹੀਂ ਸੀ। ਪਰ ਉਹ ਡਰ ਕੇ ਰੋਣ ਲੱਗੀ ਅਤੇ ਕਹਿਣ ਲੱਗੀ, ਮੈਂ ਬਹੁਤ ਭੁੱਖੀ ਹਾਂ, ਮੈਨੂੰ ਖਾਣ ਲਈ ਕੁਝ ਦੇ ਦੇ। ਉਸਦੇ ਮਾਸੂਮ ਜਿਹੇ ਚਿਹਰੇ ਤੋਂ ਮੈਨੂੰ ਬਹੁਤ ਪਿਆਰ ਆਇਆ। ਮੈਂ ਜਲਦੀ ਨਾਲ ਉਸਨੂੰ ਬਚਿਆ ਹੋਇਆ ਖਾਣਾ ਦਿੱਤਾ। ਉਹ ਇਸ ਤਰ੍ਹਾਂ ਟੁੱਟ ਕੇ ਖਾਣ ਲੱਗੀ ਜਿਵੇਂ ਉਹ ਕਦੋਂ ਦੀ ਭੁੱਖੀ ਹੋਵੇ। ਮੈਂ ਤਾਂ ਇਹ ਵੀ ਨਹੀਂ ਜਾਣਦਾ ਸੀ ਕਿ ਉਹ ਇਸ ਅਲਮਾਰੀ ਵਿੱਚ ਬੰਦ ਸੀ। ਸਾਰਾ ਦਿਨ ਹੋਟਲ ਵਿੱਚ ਸ਼ੋਰ ਸ਼ਰਾਬਾ ਰਹਿੰਦਾ ਸੀ, ਇਸ ਲਈ ਉਸਦਾ ਰੋਣਾ ਹੋਣਾ ਕਿਸੇ ਨੂੰ ਪਤਾ ਹੀ ਨਾ ਲੱਗਿਆ। ਪਰ ਰਾਤ ਦੇ ਹਨੇਰੇ ਵਿੱਚ ਸੰਨਾਟੇ ਦੀ ਵਜ੍ਹਾ ਕਰਕੇ ਮੈਨੂੰ ਉਸਦੀ ਮੌਜੂਦਗੀ ਦਾ ਪਤਾ ਚੱਲ ਗਿਆ ਅਤੇ ਰਾਤ ਦੀ ਡਿਊਟੀ ਮੇਰੀ ਸੀ, ਇਸ ਲਈ ਹੁਣ ਉਹ ਇਸ ਜਗ੍ਹਾ 'ਤੇ ਰਹਿਣ ਲੱਗੀ। ਮੈਂ ਬਹਾਨੇ ਨਾਲ ਅਲਮਾਰੀ ਖੋਲ੍ਹ ਕੇ ਉਸਨੂੰ ਖਾਣ ਪੀਣ ਨੂੰ ਦੇ ਦਿੰਦਾ ਅਤੇ ਹੌਲੀ ਹੌਲੀ ਮੈਨੂੰ ਉਸਦੀ ਆਦਤ ਹੋ ਗਈ। ਇਸ ਤਰ੍ਹਾਂ ਵੀ 10 ਦਿਨ ਬੀਤ ਗਏ, ਪਰ ਕਈ ਵਾਰ ਮੈਂ ਉਸਨੂੰ ਬਾਹਰ ਨਿਕਲਣ ਲਈ ਕਿਹਾ, ਪਰ ਉਹ ਡਰ ਨਾਲ ਥਰ-ਥਰ ਕੰਬਦੀ ਅਤੇ ਬਾਹਰ ਨਾ ਆਉਂਦੀ। ਮੈਂ ਵੀ ਉਸਦੇ ਨਾਲ ਜ਼ਿਆਦਾ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਸੀ, ਕਿਉਂਕਿ ਉਸਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਮੈਂ ਵੀ ਤਾਂ ਇਸ ਤਰ੍ਹਾਂ ਇਕੱਲਾ ਡਰ ਕੇ ਕੰਬਦਾ ਸੀ। ਪਤਾ ਨਹੀਂ ਇਸ ਕੁੜੀ ਦੇ ਨਾਲ ਵੀ ਕੀ ਹੋਇਆ ਸੀ। ਮੈਨੂੰ ਯਕੀਨ ਸੀ ਕਿ ਜਿਸ ਦਿਨ ਉਹ ਮੇਰੇ 'ਤੇ ਭਰੋਸਾ ਕਰੇਗੀ, ਉਸ ਦਿਨ ਉਹ ਬਾਹਰ ਨਿਕਲ ਆਏਗੀ ਅਤੇ ਆਪਣਾ ਸੱਚ ਵੀ ਮੈਨੂੰ ਖੁਦ ਦੱਸੇਗੀ। ਉਹ ਵਿਚਾਰੀ ਸਾਰਾ ਦਿਨ ਬਿਲਕੁਲ ਚੁੱਪ ਬੰਦ ਰਹਿੰਦੀ ਅਤੇ ਜਦੋਂ ਰਾਤ ਨੂੰ ਮੈਂ ਖਾਣਾ ਦਿੰਦਾ ਤਾਂ ਖਾਣਾ ਖਾ ਕੇ ਮੇਰੀ ਮੌਜੂਦਗੀ ਵਿੱਚ ਉਹ ਰਸੋਈ ਦੇ ਕੋਲ ਬਣੇ ਵਾਸ਼ਰੂਮ ਵਿੱਚ ਚਲੀ ਜਾਂਦੀ ਸੀ। ਨਹਾਉਂਦੀ ਧੋਂਦੀ ਅਤੇ ਸਾਫ਼ ਸੁਥਰੀ ਹੋ ਕੇ ਆ ਜਾਂਦੀ। ਮੈਂ ਪਹਿਰੇਦਾਰੀ ਕਰਦਾ ਸੀ। ਇਸ ਤਰ੍ਹਾਂ ਹੀ 10 ਦਿਨ ਬੀਤ ਗਏ ਅਤੇ ਇੱਕ ਰਾਤ ਮੈਂ ਉਸਨੂੰ ਖਾਣਾ ਦੇਣ ਲਈ ਅਲਮਾਰੀ ਨੂੰ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਸਨੇ ਆਪਣੇ ਸਮਾਨ ਦੀ ਛੋਟੀ ਜਿਹੀ ਪੋਟਲੀ ਖੋਲ੍ਹੀ ਹੋਈ ਸੀ ਅਤੇ ਇੱਕ ਫੋਟੋ ਨੂੰ ਸੀਨੇ ਨਾਲ ਲਗਾ ਕੇ ਰੋ ਰਹੀ ਸੀ। ਮੇਰੀ ਹੋਸ਼ ਉੱਡਣ ਦੀ ਵਜ੍ਹਾ ਉਹ ਫੋਟੋ ਸੀ ਜੋ ਉਸਦੇ ਹੱਥ ਵਿੱਚ ਸੀ, ਕਿਉਂਕਿ ਮੈਂ ਇਹਨਾਂ ਚਿਹਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਉਸ ਕੁੜੀ ਨੂੰ ਪੁੱਛਿਆ ਕਿ ਤੂੰ ਕੌਣ ਹੈ, ਤੇਰਾ ਨਾਮ ਕੀ ਹੈ। ਹੁਣ ਤੂੰ ਮੈਨੂੰ ਉਸਨੇ ਆਪਣਾ ਨਾਮ ਨਹੀਂ ਦੱਸਿਆ ਸੀ। ਮੈਂ ਉਸਨੂੰ ਗੁੜੀਆ ਕਹਿ ਕੇ ਬੁਲਾਇਆ ਕਰਦਾ ਸੀ। ਪਹਿਲੀ ਵਾਰ ਮੈਂ ਉਸਨੂੰ ਉਸਦਾ ਨਾਮ ਪੁੱਛਿਆ ਤਾਂ ਉਸਨੇ ਮੈਨੂੰ ਬੜੀ ਮੁਸ਼ਕਿਲ ਨਾਲ ਰੋਂਦੇ ਹੋਏ ਆਪਣਾ ਨਾਮ ਤਪੱਸਿਆ ਦੱਸਿਆ। ਉਸਦਾ ਨਾਮ ਸੁਣਦੇ ਹੀ ਮੇਰੇ ਸਿਰ 'ਤੇ ਅਸਮਾਨ ਡਿੱਗ ਗਿਆ। ਉਸਦੇ ਹੱਥ ਵਿੱਚ ਮੇਰੇ ਤਾਇਆ ਜੀ ਅਤੇ ਤਾਈ ਜੀ ਦੀ ਫੋਟੋ ਸੀ, ਜਿਸ 'ਤੇ ਇੱਕ ਮੁੰਡਾ ਅਤੇ ਖੁਦ ਉਹ ਖੜੀ ਸੀ। ਉਹ ਲੜਕਾ ਜ਼ਰੂਰ ਗੰਜੋਤ ਹੀ ਸੀ ਅਤੇ ਉਹ ਲੜਕੀ ਯਾਨੀ ਕਿ ਤਪੱਸਿਆ ਮੇਰੀ ਤਾਈ ਜੀ ਦੀ ਬੇਟੀ ਸੀ। ਮੈਂ ਉਸਦੇ ਕੋਲ ਪੈਰਾਂ ਭਾਰ ਬੈਠ ਗਿਆ ਅਤੇ ਮੈਂ ਰੋਂਦੇ ਹੋਏ ਉਸਨੂੰ ਦੱਸਿਆ ਕਿ ਮੈਂ ਰਾਜ ਹਾਂ, ਤੇਰੇ ਚਾਚੇ ਦਾ ਮੁੰਡਾ। ਇਹ ਸੁਣਦੇ ਹੀ ਉਹ ਵੀ ਹੈਰਾਨ ਹੋ ਗਈ, ਪਰੇਸ਼ਾਨ ਹੋ ਗਈ ਅਤੇ ਉਹ ਧਿਆਨ ਨਾਲ ਮੈਨੂੰ ਦੇਖਣ ਲੱਗੀ।
ਅਸੀਂ ਕਈ ਸਾਲਾਂ ਬਾਅਦ ਮਿਲੇ ਸੀ। ਮੈਂ 22-23 ਸਾਲ ਦਾ ਹੋ ਚੁੱਕਿਆ ਸੀ ਅਤੇ ਉਹ ਵੀ 16 ਸਾਲ ਦੀ ਸੀ। ਇੰਨੇ ਸਾਲਾਂ ਵਿੱਚ ਦੋਹੀਂ ਬਹੁਤ ਬਦਲ ਗਏ ਸੀ, ਇਸ ਲਈ ਇੱਕ ਦੂਜੇ ਨੂੰ ਪਹਿਚਾਣ ਨਹੀਂ ਸਕੇ। ਮੈਂ ਹੱਥ ਵਿੱਚ ਲਈ ਅਤੇ ਫੋਟੋ 'ਤੇ ਤਾਇਆ ਜੀ ਅਤੇ ਤਾਈ ਜੀ ਦੇ ਚਿਹਰੇ 'ਤੇ ਹੱਥ ਫੇਰਿਆ ਅਤੇ ਫਿਰ ਉਸਨੂੰ ਕਿਹਾ ਕਿ ਹੁਣ ਮੈਨੂੰ ਦੱਸ ਕਿ ਤੂੰ ਇੱਥੇ ਕੀ ਕਰ ਰਹੀ ਹੈ, ਇੱਥੋਂ ਤੱਕ ਕਿਵੇਂ ਪਹੁੰਚੀ। ਤਾਇਆ ਜੀ ਤਾਈ ਜੀ ਕਿੱਥੇ ਆ? ਮੈਂ ਉਸਦਾ ਹੱਥ ਫੜ ਕੇ ਉਸ ਜਗ੍ਹਾ ਤੋਂ ਕੱਢਿਆ ਅਤੇ ਆਪਣੇ ਨਾਲ ਉਸਨੂੰ ਹੋਟਲ ਤੋਂ ਬਾਹਰ ਲੈ ਆਇਆ, ਕਿਉਂਕਿ ਰਾਤ ਦੇ ਸਮੇਂ ਇਸ ਸਮੇਂ ਹੋਟਲ ਵਿੱਚ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਸੀ। ਪਿਛਲੇ 5-6 ਸਾਲਾਂ ਤੋਂ ਮੈਂ ਇੱਥੇ ਨੌਕਰੀ ਕਰ ਰਿਹਾ ਸੀ, ਇਸ ਲਈ ਹੋਟਲ ਵਾਲੇ ਸਾਰੇ ਮੇਰੇ 'ਤੇ ਭਰੋਸਾ ਕਰਦੇ ਸੀ ਅਤੇ ਹੋਟਲ ਬੰਦ ਕਰਨ ਦੀ ਜ਼ਿੰਮੇਵਾਰੀ ਵੀ ਮੇਰੇ 'ਤੇ ਹੀ ਸੀ। ਅਸੀਂ ਦੋਨੋਂ ਹੋਟਲ ਤੋਂ ਬਾਹਰ ਆ ਕੇ ਬੈਠੇ ਤਾਂ ਉਹ ਉੱਚੀ ਉੱਚੀ ਰੋਣ ਲੱਗੀ। ਫਿਰ ਉਸਨੇ ਇੱਕ ਇਹੋ ਜਿਹੀ ਸੱਚਾਈ ਮੈਨੂੰ ਦੱਸੀ ਜਿਸ ਨੂੰ ਸੁਣ ਕੇ ਮੇਰੇ 'ਤੇ ਪਹਾੜ ਟੁੱਟ ਪਿਆ। ਤਪੱਸਿਆ ਕਹਿਣ ਲੱਗੀ, ਮੇਰੇ ਜਾਣ ਤੋਂ ਬਾਅਦ ਪਾਪਾ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੇ ਸੀ। ਉਹ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰਦੇ ਸੀ। ਮੈਂ ਹੋਸ਼ ਸੰਭਾਲਿਆ ਤਾਂ ਪਾਪਾ ਨੂੰ ਤੁਹਾਨੂੰ ਯਾਦ ਕਰਦੇ ਹੋਏ ਦੇਖਿਆ। ਉਹ ਹਮੇਸ਼ਾ ਇਸ ਗੱਲ ਨੂੰ ਬਹੁਤ ਜ਼ਿਆਦਾ ਤੜਫਦੇ ਸੀ ਕਿ ਉਹ ਤੁਹਾਨੂੰ ਅਨਾਥ ਆਸ਼ਰਮ ਵਿੱਚ ਛੱਡ ਆਈ, ਜਦੋਂ ਕਿ ਤੂੰ ਉਸਦੇ ਸਵਰਗਵਾਸੀ ਭਰਾ ਦੀ ਆਖਰੀ ਨਿਸ਼ਾਨੀ ਸੀ। ਪਰ ਮਾਂ ਉਸਨੂੰ ਹਮੇਸ਼ਾ ਡਾਂਟ ਕੇ ਚੁੱਪ ਕਰਵਾਉਂਦੀ ਅਤੇ ਕਹਿੰਦੀ ਕਿ ਇੱਕ ਅਨਾਥ ਬੱਚੇ ਦੇ ਪਿੱਛੇ ਸਾਡੇ ਬੱਚਿਆਂ ਦਾ ਭਵਿੱਖ ਬਰਬਾਦ ਹੋ ਜਾਣਾ ਸੀ। ਚੰਗਾ ਹੋਇਆ ਕਿ ਉਹ ਇਸ ਘਰ ਤੋਂ ਚਲਾ ਗਿਆ, ਨਹੀਂ ਤਾਂ ਗੁੰਜੋਤ ਨੂੰ ਵਿਗਾੜ ਦਿੰਦਾ। ਪਤਾ ਨਹੀਂ ਕਿਉਂ ਮਾਂ ਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਤੂੰ ਗੁੰਜੋਤ ਨੂੰ ਆਖਰ ਵਿਗਾੜ ਦੇਵੇਂਗਾ। ਫਿਰ ਆਖਰੀ ਸਮੇਂ ਵਿੱਚ ਪਾਪਾ ਨੇ ਬਿਲਕੁਲ ਚੁੱਪ ਹੀ ਸਾਧ ਲਈ ਸੀ ਅਤੇ ਖਾਮੋਸ਼ੀ ਵਿੱਚ ਹੀ ਇਸ ਦੁਨੀਆ ਤੋਂ ਚਲੇ ਗਏ। ਪਰ ਜੋ ਦੁੱਖ ਅਤੇ ਤਕਲੀਫ ਉਹਨਾਂ ਦੀਆਂ ਅੱਖਾਂ ਵਿੱਚ ਮੈਨੂੰ ਦਿਖਾਈ ਦਿੱਤਾ, ਉਹ ਸਿਰਫ ਅਤੇ ਸਿਰਫ ਤੇਰੇ ਲਈ ਸੀ, ਕਿਉਂਕਿ ਉਹ ਆਪਣੇ ਆਖਰੀ ਸਮੇਂ ਵਿੱਚ ਵੀ ਤੁਹਾਨੂੰ ਬਹੁਤ ਯਾਦ ਕਰਦੇ ਸੀ। ਪਾਪਾ ਦੀ ਮੌਤ ਤੋਂ ਬਾਅਦ ਸਾਡੇ ਹਾਲਾਤ ਇੱਕਦਮ ਖਰਾਬ ਹੋ ਗਏ। ਉਸ ਸਮੇਂ ਗੰਜੋਤ ਵੀਰਾ 18 ਸਾਲ ਦਾ ਸੀ ਅਤੇ ਮੈਂ 13 ਸਾਲ ਦੀ। ਵੀਰੇ ਨੂੰ ਵੀ ਕੋਈ ਨੌਕਰੀ ਨਾ ਮਿਲੀ। ਇਸ ਵਿੱਚ ਪਿਓ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ। ਮੇਰੀ ਮਾਂ ਜੋ ਤੈਨੂੰ ਅਨਾਥ ਕਹਿ ਕੇ ਬੁਰਾ ਭਲਾ ਕਹਿੰਦੀ ਸੀ, ਉਸਦੇ ਖੁਦ ਦੇ ਬੱਚੇ ਅਨਾਥ ਹੋ ਗਏ ਅਤੇ ਉਹ ਫਿਰ ਜਦੋਂ ਗੁੰਜੋਤ ਵੀਰੇ ਦੇ ਸਿਰ ਤੋਂ ਪਾਪਾ ਦਾ ਸਾਇਆ ਚਲਾ ਗਿਆ ਤਾਂ ਉਹ ਮਾੜੀ ਸੰਗਤ ਵਿੱਚ ਪੈ ਗਿਆ। ਮੇਰੀ ਮਾਂ, ਜਿਸ ਨੂੰ ਲੱਗਦਾ ਸੀ ਕਿ ਗੰਜੋਤ ਵੀਰੇ ਨੂੰ ਤੂੰ ਵਿਗਾੜ ਦੇਵੇਂਗਾ, ਉਹ ਖੁਦ ਹੀ ਗਲਤ ਰਸਤੇ ਚੱਲ ਪਿਆ। ਨਸ਼ੇ ਦੀ ਲੱਤ ਵਿੱਚ ਗ੍ਰਿਫਤਾਰ ਹੋ ਗਿਆ, ਬਹੁਤ ਬੁਰੇ ਦੋਸਤ ਬਣਾ ਲਏ। ਗਲਤ ਕੰਮ ਕਰਨ ਲੱਗਿਆ ਅਕਸਰ ਆਪਣੇ ਘਟੀਆ ਦੋਸਤਾਂ ਨੂੰ ਘਰ ਵਿੱਚ ਲੈ ਆਉਂਦਾ ਅਤੇ ਉਸਦੇ ਦੋਸਤ ਮੇਰੇ 'ਤੇ ਵੀ ਬੁਰੀ ਨਜ਼ਰ ਰੱਖਦੇ। ਪਰ ਗੰਜੋਤ ਵੀਰੇ ਨੂੰ ਨਸ਼ੇ ਵਿੱਚ ਹੋਸ਼ ਹੀ ਕਿੱਥੇ ਸੀ। ਮਾਂ ਰੋਕਣ ਦੀ ਕੋਸ਼ਿਸ਼ ਕਰਦੀ ਤਾਂ ਉਹ ਉਲਟਾ ਲੜਨ ਲੱਗ ਜਾਂਦਾ, ਬੁਰਾ ਭਲਾ ਕਹਿਣ ਲੱਗ ਜਾਂਦਾ। ਹੌਲੀ ਹੌਲੀ ਉਸਨੇ ਮਾਂ 'ਤੇ ਵੀ ਹੱਥ ਉਠਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਉਸਦਾ ਜ਼ੁਲਮ ਸਹਿਣ ਲੱਗੀ, ਕਿਉਂਕਿ ਪਾਪਾ ਦੇ ਜਾਣ ਤੋਂ ਬਾਅਦ ਗੰਜੋਤ ਵੀਰੇ ਦੇ ਸਿਵਾ ਘਰ ਵਿੱਚ ਹੋਰ ਕੋਈ ਮਰਦ ਨਹੀਂ ਸੀ। ਗੰਜੋਤ ਵੀਰੇ ਦੇ ਨਸ਼ੇ ਦੀ ਵਜ੍ਹਾ ਕਰਕੇ ਗਲੀ ਗਵਾਂਢ ਵਾਲੇ ਵੀ ਬੁਰਾ ਭਲਾ ਕਹਿਣ ਲੱਗੇ ਅਤੇ ਕੁਝ ਅਵਾਰਾ ਮੁੰਡੇ ਵੀ ਮੇਰੇ ਪਿੱਛੇ ਪੈ ਗਏ। ਮੈਂ ਜ਼ਿੰਦਗੀ ਤੋਂ ਇੰਨੀ ਤੰਗ ਆ ਗਈ ਸੀ ਕਿ ਮੈਂ ਪੜ੍ਹਾਈ ਵੀ ਛੱਡ ਦਿੱਤੀ। ਵੀਰਾ ਤਾਂ ਪਹਿਲਾਂ ਹੀ ਪੜ੍ਹਾਈ ਛੱਡ ਚੁੱਕਿਆ ਸੀ, ਪਰ ਹਰ ਗੁਜ਼ਰਦੇ ਦਿਨ ਦੇ ਨਾਲ ਸਾਡੇ ਹਾਲਾਤ ਹੋਰ ਖਰਾਬ ਹੁੰਦੇ ਗਏ ਅਤੇ ਵੀਰਾ ਘਰ ਦੀਆਂ ਚੀਜ਼ਾਂ ਵੇਚ ਕੇ ਆਪਣੇ ਨਸ਼ੇ ਦੀ ਲੱਤ ਨੂੰ ਪੂਰਾ ਕਰਦਾ। ਅਤੇ ਫਿਰ ਇੱਕ ਦਿਨ ਉਸਦੇ ਕੋਲ ਜਦੋਂ ਵੇਚਣ ਨੂੰ ਕੁਝ ਨਾ ਰਿਹਾ ਤਾਂ ਉਸਨੇ ਮੇਰਾ ਹੀ ਸੌਦਾ ਕਰ ਦਿੱਤਾ। ਉਸਨੂੰ ਬਹੁਤ ਜ਼ਿਆਦਾ ਨਸ਼ੇ ਦੀ ਲੱਤ ਲੱਗ ਚੁੱਕੀ ਸੀ। ਉਸਦਾ ਸਰੀਰ ਟੁੱਟ ਰਿਹਾ ਸੀ। ਉਸਨੂੰ ਕੁਝ ਵੀ ਸਮਝ ਨਾ ਆਇਆ ਤਾਂ ਉਸਨੇ ਆਪਣੇ ਅਵਾਰਾ ਬਦਮਾਸ਼ ਦੋਸਤਾਂ ਨੂੰ ਕਿਹਾ ਕਿ ਉਹ ਮੈਨੂੰ ਇੱਕ ਰਾਤ ਲਈ ਖਰੀਦ ਲੈਣ ਅਤੇ ਬਦਲੇ ਵਿੱਚ ਉਹ ਮੈਨੂੰ ਨਸ਼ਾ ਦੇ ਦਿਆ ਕਰਨ। ਇਹ ਸੁਣਦੇ ਹੀ ਮਾਂ ਨੇ ਮੈਨੂੰ ਉਸੇ ਸਮੇਂ ਰਾਤੋਂ ਰਾਤ ਚੋਰੀ ਜਿਹੇ ਘਰੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਸਵੇਰੇ ਵਾਪਸ ਆ ਜਾਣਾ, ਹੁਣ ਤੂੰ ਘਰੋਂ ਭੱਜ ਜਾ। ਮੈਂ ਘਰ ਤੋਂ ਨਿਕਲੀ ਤਾਂ ਮੇਰੇ ਕੋਲ ਲੁਕਣ ਲਈ ਵੀ ਕੋਈ ਜਗ੍ਹਾ ਨਹੀਂ ਸੀ। ਫਿਰ ਗਲੀ ਵਿੱਚ ਫਿਰ ਰਹੀ ਸੀ। ਫਿਰ ਮੇਰੇ ਹੱਥ ਵਿੱਚ ਸਿਰਫ ਇੱਕ ਛੋਟੀ ਜਿਹੀ ਪੋਟਲੀ ਸੀ, ਜਿਸ ਵਿੱਚ ਮਾਂ ਨੇ ਕੁਝ ਪੈਸੇ ਦਿੱਤੇ ਸੀ ਅਤੇ ਮੈਂ ਕੁਝ ਫੋਟੋਆਂ ਰੱਖ ਲਈਆਂ ਸੀ। ਅਤੇ ਫਿਰ ਮੈਂ ਇੱਕ ਦਿਨ ਹਨੇਰੀ ਗਲੀ ਵਿੱਚ ਪਹੁੰਚੀ ਤਾਂ ਉੱਥੇ ਕੁਝ ਅਵਾਰਾ ਮੁੰਡੇ ਖੜ੍ਹੇ ਸੀ ਜੋ ਮੇਰੇ ਪਿੱਛੇ ਪੈ ਗਏ ਅਤੇ ਮੈਂ ਭੱਜਣ ਲੱਗੀ ਅਤੇ ਭੱਜਦੇ ਪਤਾ ਨਹੀਂ ਕਿੱਥੇ ਨਿਕਲ ਆਈ। ਰਸਤੇ ਦਾ ਪਤਾ ਹੀ ਨਾ ਲੱਗਿਆ। ਮੈਂ ਖੁਦ ਬਹੁਤ ਜ਼ਿਆਦਾ ਪਰੇਸ਼ਾਨ ਸੀ। ਫਿਰ ਆਪਣੇ ਆਪ ਨੂੰ ਛੁਪਾਉਣ ਲਈ ਮੈਂ ਇਸ ਹੋਟਲ ਵਿੱਚ ਆ ਗਈ ਅਤੇ ਫਿਰ ਮੌਕਾ ਮਿਲਦੇ ਹੀ ਜਦੋਂ ਮੈਂ ਦੇਖਿਆ ਕਿ ਇਸ ਪਾਸੇ ਕੋਈ ਨਹੀਂ ਸੀ ਤਾਂ ਮੈਂ ਇੱਥੇ ਆ ਕੇ ਛੁਪ ਗਈ, ਕਿਉਂਕਿ ਉਹ ਮੁੰਡੇ ਅਜੇ ਵੀ ਤੱਕ ਮੇਰੇ ਪਿੱਛੇ ਲੱਗੇ ਹੋਏ ਸੀ। ਮੈਂ ਸੋਚਿਆ ਕਿ ਸਹੀ ਮੌਕਾ ਦੇਖ ਕੇ ਇੱਥੋਂ ਭੱਜ ਜਾਵਾਂਗੀ, ਪਰ ਫਿਰ ਤੂੰ ਮੈਨੂੰ ਦੇਖ ਲਿਆ ਅਤੇ ਖਾਣਾ ਪਾਣੀ ਦਿੱਤਾ। ਮੈਨੂੰ ਲੱਗਿਆ ਇਹੀ ਮੇਰੇ ਲਈ ਸੁਰੱਖਿਅਤ ਜਗ੍ਹਾ ਹੈ। ਮੈਨੂੰ ਯਕੀਨ ਸੀ ਕਿ ਜੇ ਮੈਂ ਵਾਪਸ ਘਰੇ ਜਾਂਦੀ ਤਾਂ ਮੇਰਾ ਭਰਾ ਫਿਰ ਮੇਰਾ ਸੌਦਾ ਕਰ ਦੇਵੇਗਾ। ਸਮਝ ਨਹੀਂ ਆਉਂਦੀ ਸੀ ਕਿ ਕਿੱਥੇ ਜਾਵਾਂ।
ਮੇਰੇ ਮਾਂ-ਪਿਓ ਨੇ ਤਾਂ ਤੈਨੂੰ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ ਸੀ, ਪਰ ਮੈਨੂੰ ਤਾਂ ਅਨਾਥ ਆਸ਼ਰਮ ਦੀ ਛੱਤ ਵੀ ਨਸੀਬ ਨਾ ਹੋਈ ਅਤੇ ਮੈਂ ਇੱਥੇ ਛੋਟੀ ਜਿਹੀ ਜਗ੍ਹਾ ਵਿੱਚ ਕੈਦ ਹੋ ਗਈ। ਕਹਿ ਕੇ ਤਪੱਸਿਆ ਰੋਣ ਲੱਗੀ ਅਤੇ ਤਾਇਆ ਜੀ ਦੀ ਮੌਤ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਨੂੰ ਤਾਇਆ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤਾਇਆ ਜੀ ਇੰਨੀ ਜਲਦੀ ਇਸ ਦੁਨੀਆ ਤੋਂ ਚਲੇ ਜਾਣਗੇ ਅਤੇ ਮੈਨੂੰ ਉਹਨਾਂ ਦਾ ਆਖਰੀ ਦਰਸ਼ਨ ਵੀ ਨਸੀਬ ਨਹੀਂ ਹੋਏਗਾ। ਕਿੰਨੀ ਹੀ ਦੇਰ ਰੋਂਦਾ ਰਿਹਾ ਅਤੇ ਤਪੱਸਿਆ ਵੀ ਮੇਰੇ ਨਾਲ ਰੋਂਦੀ ਰਹੀ। ਉਹ ਘਰ ਦੇ ਹਾਲਾਤ ਮੈਨੂੰ ਦੱਸ ਰਹੀ ਸੀ ਅਤੇ ਮੈਂ ਹੈਰਾਨ ਸੀ। ਮੇਰੀ ਉਹ ਤਾਈ ਜੀ ਜੋ ਘਮੰਡ ਦੀ ਦੇਵੀ ਬਣੀ ਬੈਠੀ ਸੀ, ਜਿਨ੍ਹਾਂ ਨੇ ਮੇਰਾ ਅਨਾਥ ਹੋਣਾ ਬਹੁਤ ਜ਼ਿਆਦਾ ਖੜਕਦਾ ਸੀ, ਖੁਦ ਕਿਸ ਜਗ੍ਹਾ 'ਤੇ ਪਹੁੰਚ ਗਈ ਸੀ ਕਿ ਉਸਦੇ ਆਪਣੇ ਬੱਚੇ ਨਾ ਸਿਰਫ ਅਨਾਥ ਸੀ ਬਲਕਿ ਬੁਰੀ ਤਰ੍ਹਾਂ ਨਾਲ ਵਿਗੜ ਗਏ ਸੀ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਨਹੀਂ ਬਲਕਿ ਅਫਸੋਸ ਸੀ, ਕਿਉਂਕਿ ਮੈਨੂੰ ਗੁੰਜੋਤ ਅਤੇ ਤਪੱਸਿਆ ਬਹੁਤ ਪਿਆਰੇ ਲੱਗਦੇ ਸੀ ਅਤੇ ਇਹਨਾਂ ਦੋਨਾਂ ਨੇ ਹਮੇਸ਼ਾ ਮੈਨੂੰ ਆਪਣੇ ਸਕੇ ਭਰਾ ਦੀ ਤਰ੍ਹਾਂ ਹੀ ਰੱਖਿਆ ਸੀ ਅਤੇ ਮੈਂ ਵੀ ਉਹਨਾਂ ਨੂੰ ਆਪਣਾ ਸਮਝਦਾ ਸੀ। ਮੈਂ ਸਾਰੀ ਜਮ੍ਹਾਂ ਪੂੰਜੀ ਕੱਢੀ ਅਤੇ ਤਪੱਸਿਆ ਨੂੰ ਲੈ ਕੇ ਵਾਪਸੀ ਦੇ ਰਸਤੇ ਚੱਲ ਪਿਆ। ਮੈਂ ਉਸਦਾ ਹੱਥ ਫੜ ਕੇ ਰੱਖਿਆ ਸੀ। ਪੂਰੇ 2 ਘੰਟੇ ਬਾਅਦ ਮੈਂ ਉਸ ਦਰਵਾਜ਼ੇ 'ਤੇ ਖੜ੍ਹਾ ਸੀ ਜਿੱਥੇ ਮੈਂ ਕਈ ਸਾਲ ਪਹਿਲਾਂ ਬਹੁਤ ਤਿਆਰ ਹੋ ਕੇ ਨਿਕਲਿਆ ਸੀ। ਅੱਖਾਂ ਵਿੱਚ ਹੰਝੂ ਲੈ ਮੈਂ ਤਪੱਸਿਆ ਦੇ ਨਾਲ ਉਸ ਘਰ ਵਿੱਚ ਗਿਆ ਤਾਂ ਸਾਹਮਣੇ ਜ਼ਮੀਨ 'ਤੇ ਮੇਰੀ ਤਾਈ ਜੀ ਬੈਠੀ ਸੀ ਜੋ ਰੋ ਰਹੀ ਸੀ। ਜਿਵੇਂ ਹੀ ਉਸਦੀ ਨਜ਼ਰ ਤਪੱਸਿਆ 'ਤੇ ਪਈ ਤਾਂ ਉਹ ਭੱਜਦੇ ਹੋਏ ਆਈ ਅਤੇ ਉਸਦੇ ਗਲੇ ਲੱਗ ਕੇ ਰੋਣ ਲੱਗੀ। ਕਹਿਣ ਲੱਗੀ, ਮੇਰੀ ਬੱਚੀ ਕਿੱਥੇ ਚਲੀ ਗਈ ਸੀ? ਤਾਂ ਮੈਂ ਕਿੰਨੇ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ। ਤੇਰਾ ਭਰਾ ਵੀ ਪਤਾ ਨਹੀਂ ਕਿੱਥੇ ਚਲਾ ਗਿਆ। ਜਦੋਂ ਉਸ ਨੂੰ ਪਤਾ ਚੱਲਿਆ ਕਿ ਮੈਂ ਤੈਨੂੰ ਘਰੋਂ ਭਜਾ ਦਿੱਤਾ ਤਾਂ ਉਹ ਘਰ ਛੱਡ ਕੇ ਹੀ ਨਿਕਲ ਗਿਆ। ਪਤਾ ਨਹੀਂ ਤੇਰੀ ਤਲਾਸ਼ ਵਿੱਚ ਗਿਆ ਹੈ ਜਾਂ ਫਿਰ ਹਮੇਸ਼ਾ ਲਈ ਮੈਨੂੰ ਛੱਡ ਕੇ ਚਲਾ ਗਿਆ ਹੈ। ਤਾਈ ਜੀ ਦੀ ਨਜ਼ਰ ਮੇਰੇ 'ਤੇ ਪਈ ਤਾਂ ਉਹ ਚੁੱਪ ਹੋ ਗਈ। ਮੇਰੇ ਵੱਲ ਦੇਖਣ ਲੱਗੀ। ਤਪੱਸਿਆ ਨੇ ਤਾਈ ਜੀ ਨੂੰ ਦੱਸਿਆ ਕਿ ਇਸਨੇ ਮੇਰੀ ਮਦਦ ਕੀਤੀ ਹੈ ਤਾਂ ਉਹ ਮੇਰਾ ਧੰਨਵਾਦ ਕਰਦੇ ਹੋਏ ਬੈਠਣ ਦਾ ਕਹਿਣ ਲੱਗੀ, ਪਰ ਮੈਂ ਬੈਠਣ ਦੀ ਬਜਾਏ ਉਸ ਨੂੰ ਗਲੇ ਲਗਾ ਲਿਆ। ਉਹ ਮੇਰੀ ਇਸ ਹਰਕਤ 'ਤੇ ਹੱਕੀ ਬੱਕੀ ਰਹਿ ਗਈ ਅਤੇ ਜਿਵੇਂ ਹੀ ਮੈਂ ਉਸ ਨੂੰ ਤਾਈ ਜੀ ਨੂੰ ਕਿਹਾ ਤਾਂ ਉਸਦਾ ਚਿਹਰੇ ਦਾ ਰੰਗ ਬਦਲ ਗਿਆ ਅਤੇ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ। ਫਿਰ ਉਸਨੇ ਮੇਰੇ ਚਿਹਰੇ 'ਤੇ ਹੱਥ ਫੇਰਿਆ, ਮੇਰੇ ਚਿਹਰੇ ਨੂੰ ਮਹਿਸੂਸ ਕੀਤਾ ਅਤੇ ਬਹੁਤ ਹੀ ਮੁਸ਼ਕਿਲ ਨਾਲ ਉਸਦੇ ਮੂੰਹ ਤੋਂ ਮੇਰਾ ਨਾਮ ਨਿਕਲਿਆ। ਰਾਜ ਤੂੰ ਹੈ? ਤਾਈ ਜੀ ਨੇ ਹਕਲਾਉਂਦੇ ਹੋਏ ਕਿਹਾ ਤਾਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਉਹ ਉਸੇ ਵੇਲੇ ਮੇਰੇ ਪੈਰਾਂ ਵਿੱਚ ਡਿੱਗ ਗਈ ਅਤੇ ਬੈਠ ਗਈ ਅਤੇ ਫਿਰ ਰੋ ਕੇ ਮੇਰੇ ਤੋਂ ਮਾਫ਼ੀ ਮੰਗਣ ਲੱਗੀ। ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਚੁੱਕਿਆ ਸੀ। ਉਹ ਕਹਿਣ ਲੱਗੀ, ਮੈਂ ਤੇਰੇ ਨਾਲ ਬਹੁਤ ਬੁਰਾ ਕੀਤਾ, ਤੈਨੂੰ ਪਰਾਇਆ ਕੀਤਾ, ਤੈਨੂੰ ਅਨਾਥ ਆਸ਼ਰਮ ਵਿੱਚ ਛੱਡ ਆਈ। ਤੇਰਾ ਤਾਇਆ ਮੇਰੇ ਨਾਲ ਨਾਰਾਜ਼ ਰਹਿੰਦਾ ਸੀ। ਇਸੇ ਦੁੱਖ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ। ਮੇਰੇ ਬੱਚੇ ਅਨਾਥ ਹੋ ਗਏ। ਮੇਰੇ ਕੋਲ ਹੁਣ ਖਾਣ ਨੂੰ ਕੁਝ ਵੀ ਨਹੀਂ ਬਚਿਆ ਕਿਉਂਕਿ ਮੇਰਾ ਇਕਲੌਤਾ ਪੁੱਤ ਹੀ ਗਲਤ ਸੰਗਤ ਵਿੱਚ ਪੈ ਗਿਆ ਅਤੇ ਮੇਰੀ ਧੀ ਦੀ ਇੱਜ਼ਤ 'ਤੇ ਹਰ ਸਮੇਂ ਤਲਵਾਰ ਲਟਕੀ ਰਹਿੰਦੀ ਹੈ। ਮੈਂ ਜੋ ਹਰ ਵਾਰ ਇਹੀ ਕਹਿੰਦੀ ਸੀ ਕਿ ਤੂੰ ਮੇਰੇ ਪੁੱਤ ਨੂੰ ਵਿਗਾੜ ਦੇਵੇਂਗਾ, ਉਹ ਇਕੱਲਾ ਰਹਿ ਕੇ ਵੀ ਵਿਗੜ ਗਿਆ ਕਿਉਂਕਿ ਮੈਂ ਉਸਦੀ ਚੰਗੀ ਪਰਵਰਿਸ਼ ਨਹੀਂ ਕੀਤੀ ਸੀ। ਮੈਂ ਉਸ ਨੂੰ ਲਾਡ ਪਿਆਰ ਵਿੱਚ ਇੰਨਾ ਵਿਗਾੜ ਦਿੱਤਾ, ਉਸਦੀ ਹਰ ਨਜਾਇਜ਼ ਇੱਛਾ ਨੂੰ ਪੂਰਾ ਕਰਦੀ ਰਹੀ। ਇਸ ਲਈ ਜਦੋਂ ਪਿਓ ਦੇ ਮਰਨ ਤੋਂ ਬਾਅਦ ਉਸ 'ਤੇ ਜ਼ਿੰਮੇਵਾਰੀਆਂ ਦਾ ਬੋਝ ਪਿਆ ਤਾਂ ਉਹ ਇਸ ਬੋਝ ਨੂੰ ਉਠਾਉਣ ਦੇ ਕਾਬਲ ਹੀ ਨਹੀਂ ਸੀ। ਉਸ ਨੂੰ ਨਸ਼ੇ ਦੀ ਆਦਤ ਪੈ ਗਈ ਅਤੇ ਉਹ ਗਲਤ ਰਸਤੇ ਦਾ ਮੁਸਾਫਿਰ ਬਣ ਗਿਆ। ਇੱਕ ਅਨਾਥ ਦੇ ਨਾਲ ਬੁਰਾ ਕਰਨ ਦਾ ਸ਼ਾਇਦ ਇਹੀ ਅੰਜਾਮ ਹੁੰਦਾ। ਮੈਨੂੰ ਹਰ ਸਮੇਂ ਤਪੱਸਿਆ ਦੀ ਚਿੰਤਾ ਲੱਗੀ ਰਹਿੰਦੀ ਹੈ। ਜੇ ਤੂੰ ਮੈਨੂੰ ਮਾਫ਼ ਕਰ ਦੇਵੇਂ ਤਾਂ ਸ਼ਾਇਦ ਮੇਰੇ ਦਿਲ ਦਾ ਕੁਝ ਬੋਝ ਹਲਕਾ ਹੋ ਜਾਏਗਾ। ਤਾਈ ਜੀ ਨੇ ਹੱਥ ਜੋੜ ਕੇ ਮੇਰੇ ਤੋਂ ਮੁਆਫ਼ੀ ਮੰਗੀ ਤਾਂ ਮੈਂ ਉਸੇ ਵੇਲੇ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਇਸ ਦਾ ਸਹਾਰਾ ਬਣਾਂਗਾ, ਕਦੇ ਉਹਨਾਂ ਨੂੰ ਛੱਡ ਕੇ ਨਹੀਂ ਜਾਵਾਂਗਾ। ਜੋ ਜਮ੍ਹਾਂ ਪੂੰਜੀ ਮੇਰੇ ਕੋਲ ਸੀ ਉਸ ਨਾਲ ਮੈਂ ਘਰ ਦਾ ਰਾਸ਼ਨ ਮੰਗਵਾਇਆ ਅਤੇ ਤਪੱਸਿਆ ਦੀ ਰੱਖਿਆ ਕਰਨ ਦਾ ਵੀ ਵਾਅਦਾ ਕੀਤਾ। ਮੈਂ ਤਾਈ ਜੀ ਅਤੇ ਤਪੱਸਿਆ ਦਾ ਖਿਆਲ ਰੱਖ ਰਿਹਾ ਸੀ। 15 ਦਿਨ ਬਾਅਦ ਗੁੰਜੋਤ ਵਾਪਸ ਆਇਆ ਤਾਂ ਉਹ ਪੂਰਾ ਨਸ਼ੇ ਵਿੱਚ ਧੁੱਤ ਸੀ। ਮੈਨੂੰ ਘਰ ਵਿੱਚ ਦੇਖ ਕੇ ਹੈਰਾਨ ਹੋਇਆ ਅਤੇ ਫਿਰ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਰਾਜ ਹਾਂ, ਉਹ ਮੇਰੇ ਗਲੇ ਲੱਗ ਗਿਆ। ਉਸਦੇ ਦਿਲ ਵਿੱਚ ਮੇਰੇ ਲਈ ਅਜੇ ਵੀ ਪਿਆਰ ਸੀ। ਮੈਂ ਹੌਲੀ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ, ਬੁਰੇ ਰਸਤੇ ਤੋਂ ਬਚਾਇਆ। ਅੱਜ ਉਹ ਬਹੁਤ ਹੱਦ ਤੱਕ ਠੀਕ ਹੋ ਗਿਆ ਹੈ। ਮੈਂ ਹੁਣ ਵੀ ਹੋਟਲ ਵਿੱਚ ਹੀ ਨੌਕਰੀ ਕਰਦਾ ਹਾਂ, ਤਾਈ ਜੀ ਦਾ ਘਰ ਵੀ ਚਲਾਉਂਦਾ ਹਾਂ ਅਤੇ ਉਸਦੇ ਬੱਚਿਆਂ ਦਾ ਵੀ ਖਿਆਲ ਰੱਖਦਾ ਹਾਂ। ਇੱਕੋ ਗੱਲ ਮੈਂ ਸਿੱਖ ਚੁੱਕਿਆ ਹਾਂ ਕਿ ਸਮਾਂ ਅਤੇ ਹਾਲਾਤ ਬਦਲਣ ਵਿੱਚ ਕਦੇ ਵੀ ਦੇਰ ਨਹੀਂ ਲੱਗਦੀ। ਧੰਨਵਾਦ ਦੋਸਤੋ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰ ਦਿਓ।